कॉरपोरेशन ਡੀਡੀ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। मैं हाँ शाइना ते लैके हाजिर हाँ प्रोग्राम खास खबर एक नज़र। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿਨ ਦੀਆਂ ਤਾਜ਼ੀਆਂ ਸੁਰਖੀਆਂ ਤੋਂ ਤੇ ਝਾਤੀ ਪਾਵਾਂਗੇ ਤੇ ਇਹਨਾਂ ਖਬਰਾਂ ਦੀ ਪੜਚੋਲ ਕਰਨਗੇ ਸਾਡੇ ਮਾਹਰ। ਅੱਜ ਦੇ ਸਾਡੇ ਮਾਹਰ ਨੇ ਉੱਗੇ ਪੱਤਰਕਾਰ ਅਤੇ ਵਿਸ਼ਲੇਸ਼ਕ ਰਾਜੀਵ ਭਾਸਕਰ ਹੋਣੀ। ਭਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ। ਜੀ ਸੋ ਅੱਜ ਦੀ ਪਹਿਲੀ ਖਾਸ ਖਬਰ ਦੇ ਉੱਤੇ ਝਾਤ ਪਾ ਲੈਂਦੇ ਹਾਂ। ਪੰਜਾਬ ਵਿੱਚ ਕਰੋਨਾ ਦੀ ਤੀਸਰੀ ਲਹਿਰ ਦਾ ਖਤਰਾ ਜਿਹੜਾ ਉਭਰਨ ਲੱਗਾ। ਹਾਲਾਂਕਿ ਪਿਛਲੇ ਦਿਨਾਂ 'ਚ ਅਸੀਂ ਜਿਹੜੀਆਂ ਖਬਰਾਂ ਦੇਖ ਰਹੇ ਸੀ ਕਿ थोड़ा करोना ठंडा होया पंजाब दे विच, पर इस तीसरी लहर दे आउण नाल थोड़ा जिहा डर जिहड़ा है फिर तो पैदा हो गया कि किस तरह वेखदे हो इस खबर नूं? देखो यही डर जिहड़ा सानूं दूजी लहर तो पहले हुंदा ते शायद सरकारां ते लोग अपना इंतजाम कुछ करके रखदे जी। हुण तीजी लहर तो गुलेरिया जी जिहड़े एम्स के डायरैक्टर ने उन्होंने भी कहा भी तीजी लहर आ सकती है जे असी अपनी कोई एहतियात या कोई होर सावधानियां ना वरतीए तो तीजी लहर आ सकती है। तीजी लहर ने दस्तक जरूर देती है जिद्दां 50 के करीब पूरे देश दे विच डेल्टा डबल वेरीएंट कहंदे इहनूं, हाँ जी हाँ जी, वो देखा गया है और 2 केस पंजाब दे विच भी देखे गए ने। 12 सूबियां दे विच एक 2 केस होर भी हैगे ने जी। इदां दे हालात विच बच के रहन दी लोड़ जरूर हैगी है। हुण तीजे वेरीएंट दा मतलब की हैगा, तीजा वेरीएंट कितना खतरनाक हैगा, कितनी तेजी नाल फैलदा है, इहदी स्टडी ते पहले वेरीएंट दी भी नहीं हो पाई अजे तक जी। पर जिद्दां जिद्दां वेरीएंट जद आंदा है और बिहेव करदा है ਉਹਦੇ ਹਿਸਾਬ ਨਾਲ ਇਹਦੇ ਬਾਰੇ ਚ ਰਿਸਰਚ ਨਾਲ ਦੇ ਨਾਲ ਹੀ ਚੱਲਦੀ ਹੈ ਜੀ। ਭਾਵੇਂ ਉਹ ਗੱਲ ਟੀਕਿਆਂ ਦੀ ਹੋਏ ਭਾਵੇਂ ਉਹ ਵੇਰੀਐਂਟ ਦੀ ਹੋਏ ਤੇ ਹਜੇ ਤੱਕ ਕਰੋਨਾ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਨੂੰ ਅਸੀਂ ਪੂਰੇ ਤਰੀਕੇ ਨਾਲ ਸਮਝ ਨਹੀਂ ਪਾਏ हाँ जी। ਤੇ ਜਦ ਅਸੀਂ ਤੀਜੇ ਵੇਰੀਐਂਟ ਦੀ ਗੱਲ ਕਰਦੇ ਹਾਂ ਔਰ ਉਹ ਵੇਰੀਐਂਟ ਕਿੰਨਾ ਕੁ ਖਤਰਨਾਕ ਹੋਏਗਾ, ਜਿੱਦਾਂ ਪਿਛਲੀ ਵਾਰ ਗੱਲ ਚੱਲੀ ਸੀਗੀ ਕਿ ਇਹ ਬੱਚਿਆਂ ਨੂੰ ਜ਼ਿਆਦਾ ਅਫੈਕਟ ਕਰੇਗਾ। ਫਿਰ ਉਸ ਤੋਂ ਬਾਅਦ ਇੱਕ ਸੀਰੋ ਸਰਵੇ ਆਇਆ ਸੀਗਾ, ਉਹਦੇ ਵਿੱਚ ਕਿਹਾ ਸੀਗਾ ਕਿ ਬੱਚੇ 50% ਤੋਂ ਜ਼ਿਆਦਾ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਐਂਟੀਬੋਡੀਜ਼ ਬਣ ਚੁੱਕੀ ਹੈ ਤੇ ਇਸ ਕਰਕੇ ਬੱਚਿਆਂ ਵਾਸਤੇ ਇੰਨਾ ਖਤਰਨਾਕ ਨਹੀਂ ਹੈ ਜੀ ਜੀ। ਹੁਣ ਕਿੰਨਾ ਕੁ ਖਤਰਨਾਕ ਹੈ, ਕਿੰਨੀ ਤੇਜ਼ੀ ਨਾਲ ਫੈਲਦਾ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਫਿਲਹਾਲ ਜਿਹੜੇ 2 ਪੇਸ਼ੈਂਟ ਪਾਏ ਗਏ ਨੇ ਡਬਲ ਵੇਰੀਐਂਟ ਦੇ, ਜਿਹੜੇ ਡੈਲਟਾ ਡਬਲ, ਉਹ ਬਿਲਕੁਲ ਠੀਕ ਠਾਕ ਨੇ ਔਰ ਉਹਨਾਂ ਦਾ ਇਲਾਜ ਵੀ ਬਿਲਕੁਲ ਠੀਕ ਠਾਕ ਹੋਇਆ। ਉਹਨਾਂ ਨੇ ਇਲਾਜ ਦੇ ਦੌਰਾਨ कोई इस तरह के कोई संकेत नहीं आए कि यह एक डेडली वायरस या डेडली वेरीएंट है, पर इस तो बचन की जरूर लोड़ है। पर खुशी की खबर है वे कि सैकेंड वेव तो बाद असी लगातार केसिस दे विच घट आ रहे हैं, यानी डिक्रीज हो रहे हैं बिल्कुल बिल्कुल। और 50,000 तो काफ़ी टाइम तो बाद घट केस, कल जिहड़े 48,000 के करीब केस सीगे पंजाब दे विच 340 सीगे केस जी। और जलंधर जिथे 700-800 तक गिनती पहुँच गई सी, कल 26 केस सीगे, यानी जी डिक्रीज होने वाला ट्रेंड है। ਇਹਦੇ ਨਾਲ ਜ਼ਰੂਰ ਥੋੜੀ ਜਿਹੀ ਰਾਹਤ ਹੁੰਦੀ ਹੈ ਕਿ ਸੈਕਿੰਡ ਵੇਰੀਐਂਟ ਤੋਂ ਵੀ ਅਸੀਂ ਥੋੜਾ ਜਿਹਾ ਸੰਭਲ ਕੇ ਚੱਲ ਸਕਦੇ ਹਾਂ ਜੀ। ਬਿਲਕੁਲ ਭਾਸਕਰ ਸਾਹਿਬ, ਨਾਲ ਦੀ ਨਾਲ ਖਬਰ ਇਹ ਵੀ ਹੈ ਕਿ ਪਿਛਲੇ ਦਿਨੀ ਅਸੀਂ ਬਹੁਤ ਸਾਰੀਆਂ ਖੁੱਲ੍ਹਾਂ ਜਿਹੜੀਆਂ ਨੇ ਪੰਜਾਬ ਵਿੱਚ ਦੇਖਦੇ ਆ ਰਹੇ ਹਾਂ, ਪਰ ਹੁਣ ਜਿਹੜਾ ਇਹ ਰਾਤ ਦਾ ਕਰਫਿਊ ਤੇ ਐਤਵਾਰ ਦਾ ਕਰਫਿਊ ਜਿਹੜਾ 30 ਜੂਨ ਤੱਕ ਵਧਾ ਦਿੱਤਾ ਗਿਆ। ਨਾਲ ਦੀ ਨਾਲ ਆਇਲਸ ਸੈਂਟਰ ਜਿਹੜੇ ਨੇ, ਕੋਚਿੰਗ ਸੈਂਟਰ, ਉਹ ਖੁੱਲ ਰਹੇ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਜਦ ਅਨਲੌਕ ਲਾਇਆ ਜਾਂਦਾ ਹੈ ਜਾਂ ਲੌਕਡਾਊਨ ਲਾਇਆ ਜਾਂਦਾ ਹੈ ਜਾਂ ਕਿਸੇ ਤਰੀਕੇ ਦੀ ਰਿਸਟ੍ਰਿਕਸ਼ਨਸ ਲਾਈ ਜਾਂਦੀ ਹੈ ਜੀ, ਉਹਨੂੰ ਜਦ ਅਸੀਂ ਅਨਲੌਕ ਕਰਦੇ ਹਾਂ ਤੇ ਬੜੀ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਪਿਛਲੇ ਸਾਲ ਜਦ ਮਾਰਚ 24 ਨੂੰ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਲਾਇਆ ਸੀਗਾ ਜੀ, ਉਹਦੇ ਨਾਲ ਅਰਥ ਵਿਵਸਥਾ ਵੀ ਖਰਾਬ ਹੋਈ ਸੀ ਔਰ ਜਦ ਅਸੀਂ ਉਹਨੂੰ ਅਨਲੌਕ ਕੀਤਾ ਸੀਗਾ ਉਹਦੇ ਵਿੱਚ ਬੜੀ ਸਾਰੀ ਦਿੱਕਤਾਂ ਆਈ, ਜਿਨ੍ਹਾਂ ਦਿੱਕਤਾਂ ਨੂੰ ਦੇਖਦੇ ਹੋਏ ਐਤਕੀ ਪੂਰੇ ਤਰੀਕੇ ਨਾਲ ਲੌਕਡਾਊਨ ਤੇ ਨਹੀਂ ਲਾਇਆ ਸੀ, पर स्ट्रिक्ट गाइडलाइनस ਵੱਖ-ਵੱਖ सूबे ने अपने अपने सूबे ਦੇ ਵਿੱਚ ਅਨਾਉਂਸ ਕੀਤੀ ਸੀਗੀ, ਜਿਹਦੇ ਵਿੱਚ ਪੰਜਾਬ ਦੀ ਵੀ ਹੈਗਾ। ਸੰਡੇ ਦਾ ਕਰਫਿਊ ਕਾफ़ी टाइम तो पंजाब ਦੇ ਵਿੱਚ ਚੱਲ ਰਿਹਾ, ਉਹ ਹਜੇ 30 ਜੂਨ ਤੱਕ यानी 1 ਹਫ਼ਤੇ तक होर वो कंटिन्यू रखेगा। बाकी तकरीबन सारा कुछ खोल दिता है। प्राइवेट बसेस जिहड़ी हैगी है या जिहड़ी ऑर्डनरी बसेस हैगी हैं वो हुण 100% कैपेसिटी दे उत्ते चल सकदी है, पर सिटिंग कैपेसिटी होएगी, उत्थे खड़े होने की जगह नहीं होएगी। एसी बसां दे विच हजे भी रिस्ट्रिक्शनस जारी रहेगी। 50% के कैपेसिटी दे विच ये बसां चलणगीਆਂ। उस तो इलावा स्कूल कॉलेज फिलहाल बंद रहणगे। 50 ਬੰਦਿਆਂ ਦੀ इजाजत ਦਿੱਤੀ है शादी ते होर किसी समारोह ਦੇ ਵਿੱਚ। जिद्दां जिद्दां हालात ठीक होंदे जाणगे, रिस्ट्रिक्शनस घट होंदियां जाणगीਆਂ और घट होंदियां रिस्ट्रिक्शनस का एक अंतिम दौर जिहा चल रहा है। मैनूं ਇਹ लगता है कि जे सैकेंड वेव तो बाद थर्ड वेव की भी असीं तैयारी करनी होए तो यह एक उस तरह का टाइम हुंदा है जब तुसीं थर्ड वेव वास्ते तैयार हो सकते हो। खास करके जिहड़ी हैल्थ सर्विसिज हैगी है उन्हां नूं स्ट्रैंथन कर सकते हो और जिस तरीके नाल असीं
ਸੈਕਿੰਡ ਵੇਵ ਦੇ ਵਿੱਚ ਆਕਸੀਜਨ ਦੀ ਘਾਟ, ਆਈਸੀਯੂ ਬੈਡਸ ਦੀ ਕਮੀ ਜੀ, ਉਹਦੇ ਤੋਂ ਜੂਝੇ ਆ, ਉਹਦੀ ਤਿਆਰੀ ਕਰਨ ਦੀ ਲੋੜ ਹੈਗੀ ਹੈ ਔਰ ਸਰਕਾਰਾਂ ਨੂੰ ਇਹਦੀ ਤਿਆਰੀ ਕਰਨੀ ਵੀ ਚਾਹੀਦੀ ਹੈ ਜੀ। ਬਿਲਕੁਲ। ਸੋ ਇੱਕ ਖਬਰ ਜਿਹੜੀ ਅਗਲੀ ਆ ਰਹੀ ਉਹ ਇਹ ਹੈ ਕਿ ਬਹੁਤ ਵਾਰੀ ਸਰਕਾਰ ਜਿਹੜੀ ਰਾਹਤਾਂ ਦੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਖਾਸ ਤਰ੍ਹਾਂ ਦੀ ਰਾਹਤ ਸਰਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਰੋਨਾ ਪੀੜਤਾਂ ਲਈ। ਕਰੋਨਾ ਦੇ ਇਲਾਜ ਤੇ ਜਿੰਨਾ ਵੀ ਖਰਚਾ ਹੁੰਦਾ ਹੈ ਉਸ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਨਾਲ ਦੀ ਨਾਲ ਜੇ ਕੋਈ ਵਿਅਕਤੀ ਕਿਸੇ ਹੋਰ ਦੀ ਮਦਦ ਕਰਦਾ ਹੈ ਔਰ ਉਸਦੇ ਜਿਹੜੇ ਇਲਾਜ ਉੱਤੇ ਖਰਚਾ ਕਰਦਾ ਹੈ ਤਾਂ ਉਹ ਜਿਹੜੀ ਰਕਮ ਹੈ ਉਹ ਪੂਰੀ ਤਰ੍ਹਾਂ ਟੈਕਸ ਮੁਕਤ ਹੋਏਗੀ। ਇਸ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਾਰ ਇਸ ਤਰ੍ਹਾਂ ਦੀ ਗੱਲਾਂ ਸਰਕਾਰਾਂ ਦੇ ਵਿੱਚ ਵੀ ਹੋਈਆਂ, ਖਾਸ ਕਰਕੇ ਜਿਹੜਾ ਵੈਕਸੀਨ ਦੇ ਉੱਤੇ ਟੈਕਸ ਜਾਂ GST ਨਾ ਲਾਣਾ ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਕੰਸਨਟ੍ਰੇਟਰ ਸੀਗੇ ਆਕਸੀਜਨ ਦੇ, ਉਹਦੇ ਉੱਤੇ ਟੈਕਸ ਨਾ ਲਾਉਣ ਦੀ ਗੱਲ ਚੱਲਦੀ ਪਈ ਸੀ। ਪਰ ਸਰਕਾਰ ਨੇ ਸਮੇਂ-ਸਮੇਂ ਤੇ ਇਹ ਫੈਸਲਾ ਲਿੱਤਾ। ਉੱਦਾਂ ਦੀ ਹੀ ਸੀਰੀਜ਼ ਦੇ ਵਿੱਚ ਇੱਕ ਇਹ ਫੈਸਲਾ ਵੀ ਆਇਆ ਜਿਹਦੇ ਵਿੱਚ ਕਰੋਨਾ ਦੀ ਇਲਾਜ ਦੇ ਵਿੱਚ ਜਿਹੜੇ ਤੁਹਾਡੇ ਪੈਸੇ ਖਰਚ ਹੁੰਦੇ ਨੇ ਜਾਂ ਕੋਈ ਤੁਹਾਡੀ ਮਦਦ ਕਰਦਾ ਹੈ ਜਾਂ ਕੋਈ ਸਰਕਾਰ ਜਾਂ ਕੋਈ ਹੋਰ ਸੰਸਥਾ ਤੁਹਾਨੂੰ ਐਕਸ ਗ੍ਰੇਸ਼ੀਆ ਦਿੰਦੀ ਹੈ, ਉਹ ਟੈਕਸ ਫ੍ਰੀ ਹੋਏਗਾ। ਇਹ ਇੱਕ ਚੰਗੀ ਗੱਲ ਹੈਗੀ ਹੈ, ਕਾਰਨ ਕਿ ਕਰੋਨਾ ਦੀ ਸੈਕਿੰਡ ਵੇਵ ਦੇ ਦੌਰਾਨ ਮਰੀਜ਼ ਚਾਹੇ ਬਚਿਆ ਜਾਂ ਨਹੀਂ ਬਚਿਆ, ਲੇਕਿਨ 15-15, 20-20 ਲੱਖ ਦੇ ਹਸਪੀਟਲਾਂ ਦੇ ਬਿੱਲ ਤੋਂ ਬਾਅਦ ਜਿਹੜੇ ਲੋਕ ਬਚ ਗਏ ਉਸ ਪਰਿਵਾਰ ਦੇ, ਉਹਨਾਂ ਨੂੰ ਜਿੰਨੀ ਕੁ ਦਿੱਕਤਾਂ ਹੋਈਆਂ ਉਸ ਜਗ ਜ਼ਾਹਿਰ ਹੈਗੀ। ਔਰ ਇੱਦਾਂ ਦੇ ਹਾਲਾਤ ਦੇ ਵਿੱਚ ਸਰਕਾਰਾਂ ਦਾ ਮਾੜਾ ਮੋਟਾ ਜਿਹਾ ਵੀ ਰਿਲੀਫ ਦੇਣਾ ਉਹ ਚੰਗਾ ਲੱਗਦਾ। ਔਰ ਇਹ ਵੀ ਇੱਕ ਚੰਗਾ ਡਿਸੀਜਨ ਹੈਗਾ ਜਿਹਦੇ ਰਾਹੀਂ ਲੋਕ ਇੱਕ ਦੂਸਰੇ ਦੀ ਮਦਦ ਕਰ ਪਾਣਗੇ, ਕਿਉਂਕਿ ਅਦਰਵਾਈਜ਼ ਕੋਈ ਕੰਪਨੀ, ਕੋਈ ਸੰਸਥਾ ਉਹ ਟੈਕਸ ਵਿੱਚ ਦੇ ਰਹੀ ਹੈ ਜੋ ਉਸ ਰਕਮ ਤੋਂ ਅਗਰ ਕਿਸੇ ਦੀ ਮਦਦ ਹੋ ਸਕਦੀ ਹੈ, ਇਹ ਆਪਣੇ ਆਪ ਵਿੱਚ ਇੱਕ ਤਰੀਕੇ ਨਾਲ ਪ੍ਰਮੋਟ ਕਰਨ ਵਾਲੀ ਗੱਲ ਹੈਗੀ ਹੈ। ਜਿਹੜਾ ਸਮਾਜਿਕ ਬਦਲਾਵ ਦੀ ਲੋੜ ਦੀ ਅਸੀਂ ਲੋੜ ਸਮਝਦੇ ਸੀਗੇ, ਉਹਨੂੰ ਵੀ ਕਰਨ ਦੀ ਲੋੜ ਹੈਗੀ ਔਰ ਉਹਦੀ ਤਰਫ ਹੀ ਇਹ ਕਦਮ ਦੇਖਿਆ ਜਾ ਰਿਹਾ ਹੈ। ਜੀ ਬਿਲਕੁਲ। ਸੋ ਗੱਲ ਕਰ ਰਹੇ ਹਾਂ ਕਰੋਨਾ ਕਾਲ ਦੀ, ਤੇ ਕਰੋਨਾ ਕਾਲ ਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈ ਮੈਡੀਕਲ ਹੈਲਪ। ਪਰ ਇਸ ਵੇਲੇ ਜਿਹੜੀ ਖਬਰ ਆ ਰਹੀ ਉਹ ਹੈ ਕਿ ਸਿਵਲ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਜਾਰੀ ਹੈ ਔਰ ਉਸ ਕਰਕੇ OPD ਸੇਵਾਵਾਂ ਜਿਹੜੀਆਂ ਨੇ ਉਹ ਠੱਪ ਹੋ ਗਈਆਂ ਨੇ। ਇਸ ਕਾਲ ਦੇ ਵਿੱਚ ਜਦੋਂ ਮੈਡੀਕਲ ਸੇਵਾਵਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ, ਇਸ ਤਰ੍ਹਾਂ ਦੀਆਂ ਖਬਰਾਂ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਮੈਡੀਕਲ ਫਰਟਰਨਿਟੀ ਦੇ ਵਿੱਚ ਹੜਤਾਲ ਦੀ ਗੱਲ ਕੋਈ ਨਵੀਂ ਤੇ ਨਹੀਂ, ਪਰ ਜਿਹੜਾ ਕਰੋਨਾ ਕਾਲ ਦੇ ਵਿੱਚ ਜਿਹੜੀ ਹੜਤਾਲਾਂ ਹੋਈਆਂ ਔਰ ਖਾਸ ਕਰਕੇ ਬਾਬਾ ਰਾਮਦੇਵ ਦੇ ਉਸ ਬਿਆਨ ਤੋਂ ਬਾਅਦ IMA ਦੇ ਵਿੱਚ ਔਰ ਬਾਬਾ ਰਾਮ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋਇਆ ਸੀ, ਉਹਦੇ ਨਾਲ ਵੀ ਇਹ ਸਥਿਤੀ ਪੈਦਾ ਹੋ ਗਈ ਸੀ ਕਿ ਸ਼ਾਇਦ ਹੜਤਾਲ ਹੋਏਗੀ। ਲੇਕਿਨ ਪਿਛਲੇ ਦਿਨੋਂ ਇੱਕ ਹਸਪਤਾਲ ਦੇ ਵਿੱਚ ਜਾਂ ਕਈ ਹਸਪਤਾਲਾਂ ਦੇ ਵਿੱਚ ਜਦ ਅਟੈਕ ਹੋਏ ਸੀ, ਉਸ ਤੋਂ ਬਾਅਦ ਵੀ IMA ਦੇ ਡਾਕਟਰਾਂ ਨੇ ਹੜਤਾਲ ਕੀਤੀ ਸੀ। ਇਸ ਹੜਤਾਲ ਦਾ ਜਿਹੜਾ ਜ਼ਿਕਰ ਕਰ ਰਹੇ ਹੋ PCA ਪੰਜਾਬ ਦੇ ਗਵਰਨਮੈਂਟ ਜਿਹੜੇ ਡਾਕਟਰ ਹੈਗੇ ਨੇ, ਉਹ ਛਠੇ ਵੇਤਨ ਆਯੋਗ ਦੀ ਜਿਹੜੀ ਰਿਪੋਰਟ ਸੀਗੀ ਜਿਹਦੇ ਵਿੱਚ NPA ਯਾਨੀ ਨਾਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਡਾਕਟਰਾਂ ਨੂੰ ਮਿਲਦਾ ਸੀਗਾ, ਉਹ ਬੇਸਿਕ ਪੇ ਦਾ ਪਾਰਟ ਨਹੀਂ ਬਣਾਇਆ ਗਿਆ, ਜਿਹਦਾ ਡਾਕਟਰ ਵਿਰੋਧ ਕਰ ਰਹੇ ਨੇ। ਔਰ ਇਸ ਤਰ੍ਹਾਂ ਦੀ ਐਨੋਮਲੀਜ਼ ਕਹਿ ਲਈਏ ਜਾਂ ਇਸ ਤਰ੍ਹਾਂ ਦਾ ਵਿਰੋਧ ਕਈ ਡਿਪਾਰਟਮੈਂਟ ਦੇ ਵਿੱਚ ਹੋ ਰਿਹਾ ਹੈ, ਜਿਨ੍ਹਾਂ ਨੂੰ ਇਸ ਪੇ ਕਮਿਸ਼ਨ ਦੀ ਰਿਪੋਰਟ ਇੰਪਲੀਮੈਂਟ ਹੋਣ ਤੋਂ ਪਹਿਲੇ ਹੀ ਕਾਫੀ ਉਹਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਕਹੀਏ, ਐਨੋਮਲੀਜ਼ ਕਹੀਏ, ਉਹਨੂੰ ਦੂਰ ਕਰਨ ਵਾਸਤੇ ਵੱਖ-ਵੱਖ ਡਿਪਾਰਟਮੈਂਟ ਦੇ ਵੱਖ-ਵੱਖ EMPLOYEE ਉਸ ਹੜਤਾਲ ਤੇ ਗਏ ਹੋਏ ਨੇ। ਸੁਪਰੀਮ ਕੋਰਟ ਵੱਲੋਂ ਆਕਸੀਜਨ ਨੂੰ ਲੈ ਕੇ ਗਠਿਤ ਕਮੇਟੀ ਵੱਲੋਂ ਇੱਕ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਪਿਛਲੇ ਦਿਨੀ ਜਦੋਂ ਆਕਸੀਜਨ ਦੀ ਘਾਟ ਚੱਲ ਰਹੀ ਸੀ ਤਾਂ ਦਿੱਲੀ ਸਰਕਾਰ ਨੇ ਆਕਸੀਜਨ ਦੀ ਜਿਹੜੀ ਘਾਟ ਹੈ ਜਾਂ ਉਸ ਦੀ ਲੋੜ ਹੈ ਉਸ ਨੂੰ ਵਧਾ ਚੜਾ ਕੇ ਦੱਸਿਆ, ਜਿਸ ਕਰਕੇ ਬਾਕੀ ਸੂਬੇ ਪ੍ਰਭਾਵਿਤ ਹੋਏ ਨੇ। ਇਸ ਖਬਰ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਜਦ ਆਕਸੀਜਨ ਦੀ ਲੋੜ ਪਈ ਹੋਏਗੀ, ਤੁਸੀਂ ਦੇਖਿਆ ਹੋਏਗਾ, ਚਾਹੇ ਉਹ ਦਿੱਲੀ ਦਾ ਗੰਗਾ ਰਾਮ ਹਸਪੀਟਲ ਹੋਏ ਜਾਂ ਆਗਰਾ ਦਾ ਕੋਈ ਵੱਡਾ ਹਸਪੀਟਲ ਹੋਏ ਜਾਂ ਮੁੰਬਈ ਦੇ ਹਸਪੀਟਲ ਹੋਣ, ਹਰ ਹਸਪੀਟਲ ਦੇ ਵਿੱਚ ਆਕਸੀਜਨ ਦੀ ਘਾਟ ਸੀਗੀ। ਔਰ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਿੰਨੀ ਦੇਰ ਤੱਕ ਚੱਲਣਗੇ, ਇਹਦਾ ਵੀ ਕੋਈ ਅੰਦਾਜ਼ਾ ਨਹੀਂ ਸੀਗਾ, ਕਿਉਂਕਿ ਦਿੱਲੀ ਦੇ ਗੰਗਾ ਰਾਮ ਹਸਪੀਟਲ ਔਰ ਵੱਡੇ ਹਸਪੀਟਲਾਂ ਦੇ ਵਿੱਚ ਅਗਰ ਆਕਸੀਜਨ ਦੀ ਘਾਟ ਪੈ ਰਹੀ ਹੈ ਤੇ ਉਹਦੇ ਤੋਂ ਡਰ ਕੇ ਸਾਰੇ ਇੱਕ ਸੁਪਰੀਮ ਕੋਰਟ ਨੇ ਵੀ ਇੰਟਰਵੀਨ ਕਰਨਾ ਪਿਆ ਸੁਪਰੀਮ ਕੋਰਟ ਨੂੰ। ਉਹਨਾਂ ਨੇ ਇੱਕ ਆਡਿਟ ਕਮੇਟੀ ਬਣਾਈ ਔਰ ਇਹ ਕਿਹਾ ਕਿ ਜਿਹੜੇ ਵੀ ਸੂਬੇ ਨੂੰ ਜਿੰਨੀ ਵੀ ਆਕਸੀਜਨ ਚੱਲਦੀ ਹੈ ਉਹਦੀ ਮੈਨੇਜਮੈਂਟ ਦੇ ਹਿਸਾਬ ਨਾਲ ਇੱਕ ਕਮੇਟੀ ਇਹ ਫੈਸਲਾ ਕਰੇਗੀ ਔਰ ਬਾਅਦ 'ਚ ਉਹਦੀ ਆਡਿਟ ਵੀ ਕਰੇਗੀ। ਹੁਣ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਦਿੱਲੀ ਨੇ ਆਪਣੀ ਸਰਕਾਰ ਨੇ ਆਪਣੀ ਰਿਕੁਆਇਰਮੈਂਟ ਦੱਸੀ ਸੀ, ਉਹ ਜਿੰਨੀ ਕੁ ਕੰਜ਼ੰਪਸ਼ਨ ਹੋਈ ਉਸ ਤੋਂ 4 ਗੁਣਾ ਦੱਸੀ ਸੀਗੀ। ਹਾਲਾਂਕਿ ਦਿੱਲੀ ਸਰਕਾਰ ਨੇ ਵੀ ਐਲੀਗੇਸ਼ਨ ਲਾਇਆ ਕਿ ਇਹ ਜਿਹੜੀ ਰਿਪੋਰਟ ਜਾਂ ਆਡਿਟ ਕਮੇਟੀ ਦੀ ਰਿਪੋਰਟ ਹੈਗੀ ਹੈ ਉਹ ਭਾਜਪਾ ਦੇ ਹੀ ਦਫ਼ਤਰ 'ਚ ਬੈਠ ਕੇ ਬਣਾਈ ਗਈ ਹੈ। ਚਲੋ ਆਰੋਪ ਪ੍ਰਤਿਆਰੋਪ ਤੇ ਲੱਗਦੇ ਰਹਿਣਗੇ, ਪਰ ਉੱਦਾਂ ਦੇ ਹਾਲਾਤ ਵਿੱਚ ਜਦ ਆਕਸੀਜਨ ਦੀ ਲੋੜ ਮਹਿਸੂਸ ਹੋ ਰਹੀ ਸੀ ਔਰ ਇਹ ਵੀ ਪਤਾ ਨਹੀਂ ਸੀਗਾ ਕਿ ਕਿੰਨੀ ਕੁ ਆਕਸੀਜਨ ਦੀ ਲੋੜ ਪਏਗੀ। ਆਕਸੀਜਨ ਦੀ ਲੋੜ ਘੱਟ ਪਈ ਹੈ, ਚੰਗੀ ਗੱਲ ਹੈਗੀ ਹੈ, ਪਰ ਇੱਦਾਂ ਦਾ ਐਗਜ਼ੈਗਰੇਸ਼ਨ ਨਾਲ ਦੂਜੇ ਸਟੇਟਸ ਨੂੰ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਸਾਰੇ ਸੂਬੇ
उस टाइम ऑक्सीजन की वेट कर रहे थे, ऑक्सीजन एक्सप्रैस की वेट कर रहे थे। बिल्कुल। और इत्थे तक कि एनारकी इन्नी कुछ फैल गई थी कि एक स्टेट दूजी स्टेट के उत्ते एलीगेशन ला रहा सीगा कि साडे ऑक्सीजन के टैंकर फलानी स्टेट ने रोक लए ने और साडी तरफ नहीं आन दे रहे। इदां दे हालात विच इदां दी ऑडिट कमेटी की रिपोर्ट अगे आने वाले किसी भी संकट तो निपटन वास्ते इस रिपोर्ट का जिक्र और रिपोर्ट नूं ध्यान रखा जा सकता। जी बिल्कुल। हुण अगली खबर दे वल झात पाउने आ। ये खबर जुड़ी हुई है ट्विटर वॉर दे नाल। केंद्र सरकार, भारत की केंद्र सरकार ते नाल दी नाल ट्विटर विचाले जंग जिहड़ी है लगातार बनी हुई है। हुण एक वड्डी खबर ये सामने आ रही है कि ट्विटर ने IT मंत्री रवि शंकर प्रसाद का जिहड़ा अकाउंट सी उहनूं कुछ देर लई डीएक्टिवेट कर दिता सी, उसनूं ब्लॉक कर दिता सी। सो इहो जिहियां चीज़ां जिहड़ियां एक सोशल मीडिया प्लेटफॉर्म वालों कीतियां जा रहीआं ने, इसनूं किस तरह वेखिया जा सकदा है? हुण सोशल मीडिया ते जिहड़ी अजकल लड़ाइयां चलदियां ਉਹਦੇ ਵਿੱਚ ਇੱਕ ਨਵੀਂ ਟਰਮ ਵੀ ਆ ਗਈ ਹੈ ਕਿ ਵੀ ਅੱਜਕੱਲ ਫਲਾਣਾ ਲੀਡਰ ਤੇ ਫਲਾਣਾ ਬੰਦਾ ਉਹ ਟਵਿੱਟੋ ਟਵੀਟ ਹੋਏ ਹੋਏ ਨੇ ਜੀ। ਉਹ ਟਵਿੱਟੋ ਟਵੀਟ ਹੋਣ ਦੀ ਇੱਕ ਜਿਹੜੇ ਸਾਡੇ IT ਮਿਨਿਸਟਰ ਹੈਗੇ ਨੇ रवि शंकर प्रसाद जी उन्होंने ट्विटर के खिलाफ कुछ एक्शन लेता सीगा पिछे और इत्थे तक कि ट्विटर नूं जिहड़ी एक फ्रीडम मिली हुई सीगी कानून दे विच एक छूट मिली हुई सी, उस छूट तो भी वांझा कीता। बिल्कुल। और कल ट्विटर ने भी 1 घंटे वास्ते उन्हां दा अकाउंट दी एक्सेस नूं उन्हां नूं नहीं दिता। कारण यह सीगा कि US दे विच जिहड़ा कॉपीराइट एक्ट है उहदा उलंघन कहंदे होए वो IT मिनिस्टर नूं इस गल ते एतराज़ भी होया और एतराज़ होना भी चाहिए है कि अगर किसी तुसी US दे रूल नूं फॉलो करके साडे देश दे कानून नूं फॉलो नहीं कर रहे। बिल्कुल। और यह अपने आप विच एक लड़ाई का एक नवा लैवल आएगा जिस लैवल दे विच ट्विटर खुद इनवाइट कर रहा है कि असीं उस लैवल ते जाके लड़ांगे जी। सो पंजाब दी खास खबर दे वल हुण झात पाउने आ। मुख मंत्री कैप्टन अमरिंदर सिंह ने किसानां लई 8 घंटे बिजली यकीनी बनाउण दी गल कही है और सिर्फ गल ही नहीं कही, नाल दी नाल उन्होंने पंजाब स्टेट पावर कॉरपोरेशन नूं इस संबंधी ढुकवें हुक्म भी जारी कर दिते ने। इस नूं किस एंगल नाल वेखिया जा सकदा है? एंगल ते चलो 8 घंटे किसानां नूं बिजली मिलनी चाहिए है और खास करके तद जदों झोना उगा रहे ने। पर हुण कैप्टन अमरिंदर सिंह उन्हां दे हालात इदां दे ने कि हर मुद्दे ते वो बयान छड्ड रहे ने। जदों तो दिल्ली तो आए ने उन्हां दा बस्ता जिद्दां असीं कई बार जिक्र कर चुके हैं, होमवर्क इन्ना को मिल गया दिल्ली तो क्योंकि वो तो अपनी तरफों कोर्स कंप्लीट करके बैठे सीगे और वो कहंदे सी कि 500 विचों 485 वायदे मैनीफेस्टो दे विच जिहड़े वायदे कीते सीगे असीं वो पूरे कर चुके हैं। लेकिन हुण 18 इदां दे सवाल और वो भी बड़े औखे औखे जे सवाल उन्हां दे बस्ते च पा के दिल्ली हाई कमान ने वापस भेजता उन्होंने और उन्हां सवालों के उत्ते आंदे ही उन्होंने मीटिंग भी बुलाई अफसरां दी और भावें वो किसानां दे लोन दी माफ़ी दा होए, बेअदबियां दी इन्वेस्टिगेशन नूं किसी सिट्टे तक लैके जाण दी गल होए या फिर ड्रग माफिया, माइनिंग माफिया, ट्रांसपोर्ट माफिया नूं कंट्रोल करन दी गल होए, वो अपनी तरफों ते पूरा कंप्लीट करके बैठे थे भी सब कुछ मैं करता। पर हुण नवे सिरों तो पढ़ाई जिहड़ी शुरू करनी पै रही है उन्होंने वो किन्ने कु सिट्टे तक जाती है यह ते आने वाले दिनां 'च ही पता लगेगा जी। सो भास्कर साहब इसे खबर के नाल खास खबर एक नज़र खबरों का सिलसिला खत्म होंदा है। तुसीं साडे स्टूडियो 'च आए सानूं जानकारी दी, तुहाडा बहुत बहुत शुक्रिया। साडे दर्शकों का भी साडे नाल जुड़े रहने लई बहुत बहुत शुक्रिया।